चलिए शुरू करते हैं। राणा शाह दी कवाल थानू कोई गल सुनाएगा जी? सुनाओ जी राणा साहब। लो जी जनाब, गल ये आ भी एक बारी ना टिबल लगे ना लवान फैक्ट्री साहब बिजली का टिबल लगे घर का लवान। अच्छा ते ओ जनाब मेरी ट्रांसफार्मर शार्ट हो गए। गवर्नमेंट ने कहा भी शार्ट हो गए या मिल नहीं रहे? शार्ट हो गए ਉਹਨਾਂ ਹੈ ਨਹੀਂ ਸੀ ਬਿਜਲੀ ਵਾਲੇ ਕੋਲ। उन्होंने कहा जी अपने अपने खरीदने आ को किवें होवे तो किवें आखिर ਜ਼ਿਮੀਂਦਾਰਾਂ ਦਾ ਇਕੱਠ ਹੋਇਆ ਵੀ ਆਪਾਂ ਚੀਜ਼ ਤੇ ਪੇਸ਼ ਹੋਈ। ਚੀਜ਼ ਕੋਲ ਜਾਣਾ ਬਈ ਸਾਰੇ ਜ਼ਿਮੀਂਦਾਰ ਹੁਣ ਅਸੀਂ ਤਕਰੀਬਨ ਕੋਈ 150 ਜ਼ਿਮੀਂਦਾਰ ਇਕੱਠੇ ਹੋਣਗੇ ਵੀ ਚੱਲਣਾ ਚੀਜ਼ ਦੇ ਪੇਸ਼ ਹੋਣਾ ਵੀ ਜਨਾਬ ਸਾਨੂੰ ਟ੍ਰਾਂਸਫਾਰਮ ਦਿੱਤੇ ਜਾਣ। ਅਸੀਂ ਜਨਾਬ ਮੇਰੀ ਨਾ ਤਾਂਦਲੇ ਦਾ ਟਾਈਮ ਬਣ ਗਿਆ ਸੀ, ਤਹਿਸੀਲ ਸੀ ਤਾਂਦਲਾ, ਉੱਥੇ ਦਾ ਜਨਾਬ ਟਾਈਮ ਬਣ ਗਿਆ ਯਾਦ ਭਾਈ। ਨਵੀਂ ਨਵੀਂ ਤਹਿਸੀਲ ਸੀ ਤਾਂਦਲਾ, ਆਹੋ ਨਵੀਂ ਬਣੀ ਸੀ। ਤੇ ਉੱਥੇ ਜਨਾਬ ਅਸੀਂ ਸਾਰੇ ਜ਼ਿਮੀਂਦਾਰ ਇਕੱਠੇ ਹੋ ਗਏ। ਉੱਥੋਂ ਜਨਾਬ ਵੀ ਕੋਚਾਂ ਕਰਾ ਲਈਆਂ, ਕੋਈ ਜਨਾਬ ਕਾਰਾਂ ਤੇ ਸੀ ਜ਼ਿਮੀਂਦਾਰ। ਅਸੀਂ ਜਨਾਬ ਹੁਣ ਆਪਣੀ ਆਪਣੀਆਂ ਫੈਲਾਂ ਲਈਆਂ ਹੋਈਆਂ, ਉਹ ਜਿਹੜੇ ਕਾਗਜ਼ ਸੀਗੇ ਸਾਡੇ ਕੋਲ ਵਾਪੜਾ ਲੈ ਕੇ ਜਾਣਾ ਫੈਲਾਂ ਲਈਆਂ ਹੋਈਆਂ ਤੇ ਜਨਾਬ ਤਾਂਦਲੇ ਚਲੇ ਗਏ ਸਾਰੇ। ਉੱਥੋਂ ਜਨਾਬ ਸਾਨੂੰ ਕੋਚ 'ਚ ਬਿਠਾ ਲਿਆ, ਬੈਠੋ ਵੀ ਕੋਚਾਂ ਚੜੋਗੇ ਜ਼ਿਮੀਂਦਾਰ ਸਾਰੇ ਚੀਜ਼ ਦੇ ਪੇਸ਼ ਹੋਣੇ ਸੀ ਜਾ ਕੇ। ਅਸੀਂ ਜਨਾਬ ਹੁਣ ਬੈਠੇ ਤੇ ਇੱਕ ਬਾਬਾ ਫੱਟਾ ਹੁੰਦਾ ਕੋਚ ਦੇ ਵਿੱਚ ਨਾ, ਸੀਟਾਂ ਤੋਂ ਇਲਾਵਾ ਨਾ ਇੱਕ ਫੱਟਾ ਵੀ ਹੁੰਦਾ ਡਰਾਈਵਰ ਦੀ ਬੈਕ ਸਾਈਡ ਤੇ, ਜੇ ਸਵਾਰੀਆਂ ਜ਼ਿਆਦਾ ਹੋ ਜਾਣ ਫਿਰ ਉੱਥੇ ਫੱਟੇ ਦੇ ਬਾਹਰੋਂ ਉਸ ਤੇ ਵੀ ਜਨਾਬ ਬੰਦੇ ਬੈਠ ਕੇ। ਹੁਣ ਇੱਕ ਜਨਾਬ ਵਾਵਾ ਬਜ਼ੁਰਗ ਜੀ ਉਮਰ ਦਾ ਬੰਦਾ ਜਨਾਬ, ਅੱਛਾ ਬਜ਼ੁਰਗ, ਹਾਂ ਉਹ ਹੁਣ ਮੇਰੇ ਸਾਹਮਣੇ ਬੈਠਾ। ਵਾਹ, ਹੁਣ ਉਹਦੇ ਕੋਲ ਵੀ ਫੈਲ, ਅੱਛਾ ਉਹਨੇ ਵੀ ਫੈਲ ਆਪਣੀ ਹੁਣ ਪੱਟਾਂ ਤੇ ਰੱਖੀ ਹੋਈ ਤੇ ਮੈਂ ਵੀ ਉਹਦੇ ਸਾਹਮਣੇ ਬੈਠਾ, ਮੈਂ ਵੀ ਜਨਾਬ ਪੱਟਾਂ ਤੇ ਰੱਖ ਕੇ ਫੈਲ ਬੈਠਾ। ਅੱਛਾ ਉਹ ਹੋਇਆ ਇਹ ਵੀ ਥੋੜੀ ਜਿਹੀ ਚੱਲੇ ਨਾ ਕੋਈ 10-20 ਮਿੰਟ ਸਫ਼ਰ ਹੋਇਆ ਤੇ ਬਾਬੇ ਦੀ ਤਬੀਅਤ ਖਰਾਬ ਹੋ ਗਈ। ਅੱਛਾ ਬਾਬੇ ਨੇ ਜਨਾਬ ਕਰ ਗਏ ਮੇਰੀ ਝੋਲੀ ਉਲਟੀ ਕਰ। ਅੱਛਾ ਜਾਂ ਉਹਨੇ ਮੇਰੀ ਝੋਲੀ ਉਲਟੀ ਕਰੀ ਤੇ ਮੇਰਾ ਦਿਲ ਖਰਾਬ ਹੋ ਗਿਆ। ਮੈਂ ਉਹਨੇ ਮੈਨੂੰ ਲਪੇਟ ਦਿਆ, ਮੈਂ ਬਾਬੇ ਦੀ ਝੋਲੀ ਉਹ ਜਨਾਬ ਸਵਾਰੀਆਂ ਨੇ ਨਾ ਰੋਕਿਆ, ਰੋਕੋ 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 ਸਾਨੂੰ ਦੋਵਾਂ ਨੂੰ ਪੜਿਆ ਕੋਚ ਲੱਗ ਗਿਆ। ਹੁਣ ਮੈਂ ਤੇ ਪਾਪਾ ਨੂੰ ਭੱਜੀ, ਉਹ ਮੇਰੇ ਵੱਲ ਦੇਖੀ ਅੱਜ ਕਰਕੇ ਮੈਂ ਬਾਪੇ ਤੇਰਾ ਬੇੜਾ। ਉਹ ਕਹਿੰਦਾ ਵੀ ਬੱਸ ਦੀ ਛੱਤ ਤੇ ਚੜ ਕੇ ਆਓ ਤੁਸੀਂ ਕੋਚ ਦੇ ਬੈਠੇ ਕੰਮ ਇੱਕ ਦਿਨ ਫਿਰ ਧੋਇਆ ਭਾਈ, ਧੋ ਕੇ ਯਕੀਨ ਕਰੋ ਅਸੀਂ ਬੱਸ ਦੀ ਛੱਤ ਤੇ ਬੈਠ ਕੇ ਬੜਾ ਔਖਾ ਫਿਰ ਦਫ਼ਤਰ ਮਜ਼ਾ ਆ ਗਿਆ ਜੀ, ਫਾਈਲਾਂ ਨਹੀਂ ਚੀਜ਼ਾਂ ਬੰਦਾ ਯਾਦ ਆ ਗਈ ਤੇਰੀ ਤੋਂ। ਅਸੀਂ ਜਾ ਰਹੇ ਜਨਾਬ ਬਰਾਤ ਚ, ਉਹ ਇੱਕ ਸਾਡੇ ਨਾਲ ਨਾ ਗੱਡੀ 'ਚ ਰੌ ਸਾਹਿਬ ਬੈਠੇ ਸੀ ਕਿਆਣੇ ਦੇ। ਅੱਛਾ ਅੱਛਾ ਉਹਨੂੰ ਲੱਗੀ ਆਣ ਉਲਟੀ, ਅੱਛਾ ਗੋਲੀਆਂ ਉਹਦੇ ਕੋਲ ਸੀ ਉਲਟੀ ਦੀਆਂ। ਉਹ ਕਹਿੰਦਾ ਰੋਕੇ ਰੋਕੇ ਯਾਰ ਮੈਨੂੰ ਉਲਟੀ ਆਣ ਲੱਗੀ, ਮੈਂ ਗੋਲੀ ਲੈ ਲਵਾਂ। ਅੱਛਾ ਉਹ ਨਾਲ ਨਾ ਨਾਲਾ ਚੱਲ ਰਿਹਾ ਸੀਗਾ, ਪਾਣੀ ਉਹਦੇ ਸਾਫ਼ ਸੀ ਲੇਕਿਨ ਹੈ ਗੰਦਿਆ ਨਾਲਾ ਸੀ। ਨਜ਼ਰ ਨਹੀਂ ਆਇਆ। ਹਾਂ ਅਸੀਂ ਕਿਹਾ ਲੈ ਲਓ ਰੌ ਸਾਹਿਬ। ਤੇ ਰਾਤ ਹਨੇਰਾ ਸੀ, ਧੁੰਦ ਸਾਫ਼ ਪਾਣੀ, ਸਾਫ਼ ਸੀ ਬਿਲਕੁਲ, ਗੰਦਾ ਪਾਣੀ ਨਹੀਂ ਸੀ। ਗੰਦੇ ਪਾਣੀ ਦਾ ਗੰਦਾ ਹੀ ਹੁੰਦਾ ਨਾ ਨਾ ਉਹ ਪਾਣੀ ਸਾਫ਼ ਸੀ। ਅੱਛਾ ਉਹ ਜਨਾਬ ਰੌ ਸਾਹਿਬ ਨੇ ਨਾ ਗੋਲੀ ਲਈ, ਉੱਤੋਂ ਪਾਣੀ ਪੀ ਲਿਆ। ਕਹਿੰਦਾ ਚਲੋ ਜੀ। ਅਸੀਂ ਕਿਹਾ ਰੌ ਸਾਹਿਬ ਇਹ ਤਾਂ ਗੰਦਾ ਨਾਲ ਪਾਣੀ ਪੀ ਲਿਆ। ਉਹ ਜੇ ਨਹੀਂ ਵੀ ਆਣੀ ਗੋਲੀ ਖਾਂਦੇ ਜਿਹੜੀ ਗੋਲੀ ਅੰਦਰ ਗਈ ਉਹ ਵੀ ਬਾਹਰ। ਇਹ ਅੱਲਾ ਮਾਫੀ ਦੇ ਨਾ ਬੜੀ ਅੱਛਾ ਉਹ ਸਜਾਦ ਦੇ ਵਿਆਹ ਦੀ ਕਰਦੇ ਨਾਲੇ ਦੀ ਗੱਲ ਦੇ ਨਾਲ। ਹਾਂ ਉਹੀ ਉਹਨੇ ਸੁਣਾਈ। ਅੱਛਾ ਉਹੀ ਸੁਣਾਈ ਹੈ। ਅੱਛਾ ਜੀ, ਹੋਰ ਇੱਕ ਤੁਹਾਨੂੰ ਸ਼ੁਗਰ ਦੀ ਗੱਲ ਸੁਣਾਉਂਦਾ। ਹਾਂ ਉਹ ਮੇਰੇ ਨਾ 3-4 ਬੇਲੀ ਸੀਗੇ, ਉਹਨਾਂ ਨੇ ਮੈਨੂੰ ਵੜ ਲੈਣਾ। ਉਹਨਾਂ ਨੇ ਕੋਈ ਗੱਲ ਬਣਾ ਕੇ ਨਾ ਵੀ ਤੇਰੇ ਲਈ ਮਠਿਆਈ ਬਣਦੀ ਆ, ਮਠਿਆਈ ਭਾਈ ਖਾ ਲੈਣੀ ਮੈਥੋਂ। ਉਹ 5-7 ਦਫਾ ਤਾਂ ਉਹਨਾਂ ਨੇ ਖਾਈ ਮੇਰੇ ਕੋਲ ਵੀ। ਠੀਕ ਹੈ, ਐਵੇਂ ਬਣਾ ਲੈਣੀ ਗੱਲ। ਮੈਂ ਕੋਈ ਗੱਲ ਬਣਾ ਲੈਣੀ ਵੀ ਯਾਰ ਮੈਂ ਯਾਰ ਇਹਨਾਂ ਤੋਂ ਹੁਣ ਕਿਵੇਂ ਡਾਕਟਰ ਨੇ ਫਸ ਜਾਣਾ। ਉਹ ਇੱਕ ਦਿਨ ਨਾ ਸਾਡੇ ਨਾਲ ਹੀ ਦੁਕਾਨ ਸੀਗੀ, ਬਰਫੀ ਬਣਾਉਂਦੇ ਸੀ ਉਹ ਜੱਟ ਤਾਜ਼ਾ। ਮੈਂ ਕਹਿੰਦਾ ਤੂੰ ਜਾਨ ਛੁਡਾ। ਮੈਂ ਨਾ ਜੀ ਆਪਣਾ 10 ਰੁਪਏ ਦੀ ਨਾ ਉਹ ਲਿਆਂਦਾ ਜਮਾਲ ਘੋਟਾ। ਅੱਛਾ ਉਹ ਮੈਂ ਇੱਕ ਐਡਾ ਕੁ ਪਿਆਲਾ ਉਹਦੇ 'ਚ ਨਾ ਉਹ ਪਾ ਕੇ ਤੇ ਉਹ ਬਰਫੀ, ਮੈਂ ਕਿਹਾ ਯਾਰ ਇਹਦੇ 'ਚ ਜਮਾ ਦੇਣੀ, ਲੈਦਾ ਅੱਧਾ ਕਿਲੋ ਬਰਫੀ। ਉਹ ਲੈਦਾ ਜਮਾ ਲਈ ਤੇ ਉਹਨਾਂ ਨੇ ਬਰਫੀ ਜਮਾ ਕੱਟ ਕੇ ਜੀ ਸਾਡੇ ਛਾਪਰ 'ਚ ਪਾਈ ਨਾ, ਪਾਈ ਆ ਕੁੱਤੇ ਦੂਈ ਪਵਾ ਦੀ ਜਿਹੜੀ ਉਹਨਾਂ ਦੀ ਆਪਣੀ ਸੀ ਅਸਲ, ਬਗੈਰ ਜਮਾਲ ਘੋਟੇ ਆ। ਲੈ ਗਿਆ ਜੀ ਮੈਂ ਉਹਨਾਂ ਨੂੰ ਕਿਹਾ ਲਓ ਜੀ ਖਾਓ।
ਔਰ ਉੱਤੋਂ ਜਿਹੜੀ ਉਹ ਪੰਜ ਛੇ ਡਲੀਆਂ ਸੀ ਉਹ ਮੈਂ ਚੁੱਕ ਲਈਆਂ। ਮੈਂ ਕਿਹਾ ਯਾਰ ਮੈਨੂੰ ਵੀ ਦਿਓ, ਤੁਸੀਂ ਸਾਰੀ ਖਾ ਜਾਂਦੇ। ਉਹ ਅਸਲ ਮੈਂ ਚੁੱਕ ਲਈ, ਬਾਕੀ ਉਹਨਾਂ ਨੂੰ ਦੇ। ਅੱਛਾ ਹੁਣ ਉਹ ਲੱਗ ਗਏ ਖਾਣ। ਸਮਝ ਨਹੀਂ ਆਈ ਉਹਨਾਂ ਨੂੰ। ਜਿਸ ਜਿਹੜੇ ਖਾਣ ਲੱਗੇ ਨਾ, ਉਹਨਾਂ ਦੇ ਗਲ 'ਚ ਨਾ ਕੋਈ ਮਿਰਚਾਂ ਜਿਹੀਆਂ ਲੜਨੀਆਂ ਸ਼ੁਰੂ ਹੋਈਆਂ। ਆਗੇ ਕਹਿ ਰਹੇ ਤੂੰ ਕੁਛ ਪਾਇਆ ਵਿੱਚ? ਮੈਂ ਕਿਹਾ ਨਾ ਤੁਹਾਡੇ ਸਾਹਮਣੇ ਮੈਂ ਆਪ ਵੀ ਖਾਈ ਹੈ, ਦੁਕਾਨ ਇਹਦੇ ਤੋਂ ਕੋਈ ਸ਼ੈ ਨਹੀਂ ਪਈ। ਤਾਜ਼ਾ ਬਰਫੀ ਹੈ। ਕਰੇ ਚਲੋ। ਬਸ ਘੰਟਾ ਗੁਜ਼ਰਿਆ, ਮੈਂ ਤਾਂ ਉੱਥੋਂ ਗਿਆ ਨਿਕਲ ਦੁਕਾਨ 'ਚੋਂ ਆਪਣੀ 'ਚੋਂ ਤਾਲਾ ਲਾ ਕੇ। ਮੈਨੂੰ ਪਤਾ ਸੀ ਵੀ ਹੁਣ ਕੰਮ ਪੈਣਾ। ਹੋਰ ਲੜਾਈ ਬਣ ਜਾਣੀ ਸਾਡੀ। ਹਾਂ, ਮੈਂ ਤਾਂ ਪੈਣੀ। ਨਿਕਲ ਗਿਆ, ਉਹਨਾਂ ਨੂੰ ਜਨਾਬ ਕੰਮ ਪੈਣਾ ਸ਼ੁਰੂ ਹੋ ਗਿਆ। ਢਿੱਡ 'ਚ ਵੱਟ ਉੱਠਿਆ ਕਰੇ ਤੇ ਭੱਜਿਆ ਕਰਨ। ਗਰਮੀਆਂ ਦੇ ਦਿਨ ਸੀ, ਇਲੈਕਸ਼ਨ ਹੋ ਰਹੇ ਸੀ ਉਸ ਟਾਈਮ। ਉਹ ਹੁਣ ਬਾਹਰ ਭੱਜਿਆ ਕਰ, ਨਾ ਉਹਨਾਂ ਨੂੰ ਕੋਈ ਗੱਡੀ ਦਿਖਿਆ ਕਰੇ, ਨਾ ਕੋਈ ਲਾਈਟ, ਨਾ ਕੋਈ ਬੰਦਾ। ਬਾ ਫਟੋਫਟ ਚੱਕਿਆ ਕਰ, ਫਟੋਫਟ ਚੱਕਿਆ। ਸਾਰੀ ਰਾਤ ਉਹਨਾਂ ਨਾਲ ਇਹ ਚਾਲਾ ਹੋਇਆ ਜੀ। ਉਹ ਸੁਬਾਹ ਨੂੰ ਨਾ 2 ਜਣਿਆਂ ਨੇ ਮੱਝਾਂ ਚੋਣੀਆਂ ਸੀ। ਉਹ ਮੱਝਾਂ ਚੋਣ ਬਹਿ ਗਏ ਜਨਾਬ ਜੀ। ਉਹ ਫਿਰ ਪਿਆ ਅੰਦਰੋਂ ਵੱਟ, ਪਰ ਨਾਲ ਹੀ ਥੱਲੇ ਕਰਕੇ ਫੁਰਫੁਰ ਹੋ ਰਹੀ, ਨਾਲ ਮੱਝਾਂ ਚੋਈ। ਮੁੜ ਕੇ ਮੈਂ ਉਹਨਾਂ ਨੂੰ ਕਿਹਾ, ਅਗਰ 3-4 ਦਿਨ, ਮੈਂ ਕਿਹਾ ਯਾਰ ਮੇਰੇ ਲਈ ਮਠਿਆਈ ਬਣਦੀ ਖਾਣੀ ਆ। ਸਾਰੇ ਸਾਡੇ ਪਿਓ ਦੀ ਤੋਂ ਕੇ ਅਸੀਂ ਖਾ ਜੀਏ। ਮੁੜ ਕੇ ਜੇ ਜੀ ਤੂੰ ਸਾਡੇ ਨਾਲ ਕਰਦੀ। ਮੁੜ ਕੇ ਮੇਰੀ ਜਾਨ ਛੁੱਟ ਗਈ ਨਾ, ਮਠਿਆਈ ਨਹੀਂ ਖਾਈ ਕਦੇ ਮੇਰੇ। ਚੰਗੀ ਜਾਨ ਛੜਾਈ। ਚੰਗੀ। ਹਾਂਜੀ ਰਾਣਾ ਸਜਾਦ ਸਾਹਿਬ, ਹੁਣ ਕੋਈ ਤੁਹਾਨੂੰ ਚਾਚੇ ਦੀ ਸੁਣ ਲਈਏ। ਮੈਂ ਇੱਕ ਜਿਹੜੇ ਕਰ ਦੋ। अस्सलाम वालेकुम जी। सारे बंदे दोस्तां नूं मेरी तरफ अस्सलाम वालेकुम। एक गल मैं तुहानूं सुनान लगा जी, एक सुनियार ते एक बादशाह दी। अच्छा। बादशाह दी कचहरी लगी सी ते सुनियार ਉਹ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਬਾਦਸ਼ਾਹ ਸਲਾਮਤ ਜਿਹੜਾ ਸੁਨਿਆਰਾ ਹੈ ਨਾ ਜੀ, ਉਹ ਬੰਦੇ ਮਾਲਕਾਂ ਨੂੰ ਕੱਖ ਵੀ ਨਹੀਂ ਦਿੰਦਾ, ਪਿੱਤਲ ਹੀ ਦਿੰਦਾ ਆ। ਉਹਨੇ ਕਿਹਾ ਇਹ ਕਿਵੇਂ ਹੋ ਸਕਦਾ? ਉਹਨੇ ਕਿਹਾ ਜੀ ਬਿਲਕੁਲ ਹੋ ਸਕਦਾ। ਅੱਛਾ। ਮਾਲਕਾਂ ਨੂੰ ਉਹਨੇ ਪਿੱਤਲ ਹੀ ਦੇਣਾ ਹੁੰਦਾ, ਸੋਨਾ ਸੁਨਿਆਰੇ ਕੋਈ ਨਹੀਂ ਦਿੰਦੇ। ਇਹਨਾਂ ਨੇ ਆਪਣੇ ਹੱਥ ਦੀ ਸਫਾਈ ਦਿਖਾਣੀ। ਇਹ ਗੱਲ ਮਸ਼ਹੂਰ ਆ ਨਾ ਪਹਿਲਾਂ ਵੀ ਸੁਨਿਆਰਿਆਂ ਦੇ ਬਾਰੇ ਵੀ, ਉਹਨੇ ਤਾਂ ਮਾਂ ਨਾਲ ਵੀ ਕੋਟ ਕਰ ਲੈਣਾ। ਅੱਛਾ, ਉਹ ਬਾਦਸ਼ਾਹ ਸਲਾਮਤ ਕਹਿਣ ਲੱਗਾ ਲੈ ਐਸੀ ਤਾਂ ਐਸੀ ਉਹਦੀ, ਮੈਂ ਜਨਾਬ ਉਹਦੇ ਕੋਲ ਆਪਣੇ ਘਰ 'ਚ ਬਣਵਾਉਂਗਾ। ਅੱਛਾ। ਉਹਨੇ ਕਿਹਾ ਜੀ ਠੀਕ ਆ ਬਣਵਾਓ। ਸੁਨਿਆਰੇ ਨੂੰ ਬੁਲਾ ਲਿਆ। ਸੁਨਿਆਰਾ ਆ ਗਿਆ। ਉਹਨੇ ਕਿਹਾ ਜੀ ਗੱਲ ਸੁਣ ਮੇਰੀ, ਵੀ ਅਸੀਂ ਸੋਨੇ ਦਾ ਹਾਥੀ ਬਣਵਾਉਣਾ ਪਿਆ। ਉਹਨੇ ਕਿਹਾ ਜੀ ਸੋਨੇ ਦਾ ਹਾਥੀ ਮੈਂ ਬਣਾ ਦੂੰਗਾ। ਉਹ ਕਹਿੰਦਾ ਬਣਾਉਣਾ ਇੱਥੇ ਆ ਮੇਰੇ ਸਾਹਮਣੇ ਹਾਥੀ ਬਣਦਾ। ਹਾਂ, ਯਾਨੀ ਕਿ ਸੋਨੇ ਦਾ ਹਾਥੀ ਬਣਾਉਣਾ ਤੇ ਬਣਾਉਣਾ ਇੱਥੇ ਮੇਰੇ ਸਾਹਮਣੇ, ਮੈਂ ਕੋਲ ਬਹਿਣਾ ਹੈ। ਅੱਛਾ। ਉਹਨੇ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਕੋਲ ਬੈਠੀਏ, ਮੈਂ ਤੁਹਾਨੂੰ ਪਿਓਰ ਸੋਨੇ ਦਾ ਹਾਥੀ ਬਣਾ ਕੇ ਦਊਂਗਾ, ਤੁਸੀਂ ਟੈਨਸ਼ਨ ਕਿਉਂ ਲੈਂਦੇ ਆ? ਉਹਨੇ ਕਿਹਾ ਠੀਕ ਹੈ ਜੀ। ਆਪਣੇ ਔਜ਼ਾਰ ਲੈਣ ਦੇ ਜੀ, ਜਿਹੜੀ ਥੋੜੀਆਂ ਥੂੜੀਆਂ ਜੋ ਵੀ ਹੁੰਦੀਆਂ, ਛਾਣੀਆਂ ਥੋੜੀਆਂ ਉੱਥੇ ਲੈ ਰਹਿੰਦੀਆਂ, ਉਹ ਲੈ ਕੇ ਜਨਾਬ ਲਈ ਆ ਗਿਆ। ਉਹਨੇ ਜਨਾਬ ਲਈ ਬਣਾਉਣਾ ਸ਼ੁਰੂ ਕਰ। ਅੱਛਾ। ਜਿਸ ਟਾਈਮ ਜਨਾਬ ਲਈ ਹਾਥੀ ਯਾਨੀ 2 ਦਿਨ ਲੱਗੇ, 4 ਦਿਨ ਲੱਗੇ, 5 ਦਿਨ ਲੱਗੇ, ਜਿਹਨੇ ਹਾਥੀ ਉਹਨੇ ਮੁਕੰਮਲ ਕਰ ਦਿੱਤਾ। ਜਿਸ ਟਾਈਮ ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਸਲਾਮਤ ਹਾਥੀ ਹੋ ਗਿਆ ਮੁਕੰਮਲ। ਇੱਕ ਹਾਥੀ ਜਿਹੜਾ ਪਿੱਤਲ ਦਾ ਉਹ ਆਪਣੇ ਘਰ ਬਣਾਉਂਦਾ ਰਿਹਾ। ਜਿਸ ਤਰ੍ਹਾਂ ਦਾ ਸੇਮ ਹਾਥੀ ਉਹ ਬਣਾਇਆ ਸੀ, ਉਵੇਂ ਦਾ ਹੀ ਜਨਾਬ ਲਈ ਉਹ ਸੇਮ ਆਪਣੇ ਘਰ ਬਣਾਉਣ ਲੱਗ ਗਿਆ ਸੁਨਿਆਰਾ। ਜਿਸ ਟਾਈਮ ਜਨਾਬ ਲਈ ਉਹਨੂੰ ਆਪਣੀ ਜਨਾਨੀ ਨੂੰ ਦੱਸ ਕੇ ਆਇਆ ਵੀ ਤੂੰ ਇਸ ਤਰ੍ਹਾਂ ਕਰਨਾ ਹੈ ਵੀ ਇੱਕ ਕੂਜੇ 'ਚ ਨਾ ਦਹੀਂ ਪਾ ਕੇ ਤੇ ਆਵਾਜ਼ ਬਾਹਰ ਦੇਣੀ ਹੈ ਵੀ ਦਹੀਂ ਲੈ ਲਓ, ਦਹੀਂ ਲੈ ਲਓ। ਅੱਛਾ। ਤੇ ਮੈਂ ਤੈਨੂੰ ਫਿਰ ਆਪੇ ਸੱਦ ਲੂੰਗਾ, ਅੱਗੋਂ ਮੇਰਾ ਕੰਮ। ਉਹਨੇ ਕਿਹਾ ਜੀ ਠੀਕ ਹੈ। ਉਹ ਜਨਾਬ ਵਾਲੀ ਦਹੀਂ ਲੈ ਕੇ ਆ ਗਈ। ਉਹਨੇ ਆਵਾਜ਼ ਦਿੱਤੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਜਿਹੜਾ ਨਾ ਆ ਦਹੀਂ ਚਾਹੀਦੀ ਹੈ, ਤੇ ਦਹੀਂ ਜਿਹੜੀ ਇਹਨੇ ਹਾਥੀ ਵਿੱਚ ਡਬਾਉਣਾ ਹੈ। ਬਾਦਸ਼ਾਹ ਇੰਨੇ ਭੁੱਖਾ ਲੱਗਾ ਸੀ, ਉੱਥੇ ਦਹੀਂ ਵੀ ਨਹੀਂ ਲੱਭਦੀ ਸੀ। ਦਹੀਂ ਕਿੱਥੇ ਲੱਭਦੀ? ਬਾਦਸ਼ਾਹ ਦੇ ਘਰੋਂ ਦਹੀਂ ਲੱਭਦੀ ਕਦੀ? ਲੋ ਜੀ। ਅੱਛਾ। ਉਹ ਪਹਿਲਾਂ ਤਾਂ ਬਾਦਸ਼ਾਹ ਇਸ ਤਰ੍ਹਾਂ ਨਹੀਂ ਹੁੰਦੇ ਸੀ। ਅੱਛਾ। ਦਹੀਂ ਬਾਦੀ ਕਰਦੀ ਸੀ ਬਾਦਸ਼ਾਹ ਕਰ। ਅੱਛਾ। ਉਹ ਜਨਾਬ ਵਾਲੀ ਦਹੀਂ ਕਿਹਾ ਜੀ ਚਾਹੀਦੀ। ਉਹਨੇ ਕਿਹਾ ਜੀ ਦਹੀਂ ਤੇ ਨਹੀਂ ਲੱਭਣੀ ਇੱਥੋਂ। ਉਹਨੇ ਕਿਹਾ ਜੀ ਚਲੋ ਬੜਾ ਦਹੀਂ ਲਾਜ਼ਮੀ ਹੈ, ਤਾਂ ਹੱਥ ਤੇ ਰੰਗਤ ਆਣੀ ਹੈ ਜਦ ਤੱਕ ਵਿੱਚ ਡਬੋਇਆ ਨਾ। ਉਹਨੇ ਉਹ ਕੁਦਰਤੀ ਆਵਾਜ਼ ਮਾਰੀ ਮਾਈ ਨੇ ਜਨਾਬ ਦਹੀਂ ਲੈ ਲਓ, ਦਹੀਂ ਲੈ ਲਓ। ਅੱਛਾ। ਉਹ ਬਾਦਸ਼ਾਹ ਨੇ ਕਿਹਾ ਯਾਰ ਦਹੀਂ ਇਹਦੇ ਬਾਹਰ ਫੇਰ ਰਹੀ ਹੈ, ਇਹਨੂੰ ਬੁਲਾਓ। ਉਹਨੂੰ ਬੁਲਾਇਆ ਜੀ ਅੰਦਰ। ਉਹ ਕੁੱਜਾ ਲੈ ਕੇ ਦਹੀਂ ਦਾ ਅੰਦਰ ਆ ਗਈ। ਉਹਨੇ ਕਿਹਾ ਹਾਂਜੀ ਬਾਦਸ਼ਾਹ ਸਲਾਮ। ਉਹਨੇ ਕਿਹਾ ਜੀ ਦਹੀਂ ਚਾਹੀਦੀ ਹੈ। ਉਹਨੇ ਕਿਹਾ ਅਸੀਂ ਕੀ ਸੁਨਿਆਰਾ ਕੇ ਬੋਲਿਆ ਕਿ ਅਸੀਂ ਦਹੀਂ ਕੀ ਕਰਨੀ, ਅਸੀਂ ਤਾਂ ਹਾਥੀ ਡਬੋਣਾ ਆ, ਤੂੰ ਸਾਡੇ ਕੋਲ 100-200 ਜਿਹੜਾ ਲੈਣਾ ਲੈ ਲੈ, ਸਾਨੂੰ ਹਾਥੀ ਵਿੱਚ ਡਬੋ ਲੈਣ ਦੇ। ਉਹਨੇ ਕਿਹਾ ਜੀ ਠੀਕ ਹੈ, ਚਲੋ ਮੈਂ ਦਹੀਂ ਆਪਣੀ ਵੇਚ ਲਾਂਗੀ, ਤੁਸੀਂ ਜਿਹੜਾ 100-200 ਦੇਣਾ ਮੈਨੂੰ ਤੇ ਤੁਸੀਂ ਆਪਣਾ ਡਬੋ ਕੇ ਕੱਢ ਲਓ।
ਠੀਕ ਉਹਨੇ ਜਨਾਬ ਸੁਨਿਆਰੇ ਨੇ ਹਾਥੀ ਫੜਿਆ, ਫੜ ਕੇ ਜਨਾਬ ਨੇ ਇਸ ਤਰ੍ਹਾਂ ਕਰਕੇ ਕੁੱਜੇ ਦੇ ਵਿੱਚ ਰੱਖਤਾ, ਅੱਛਾ ਜਬੋ ਕੇ ਯਾਨੀ ਕਿ ਅੱਜ 2-3 ਵਾਰੀ ਕੀਤਾ, ਹਾਥੀ ਵਿੱਚੋਂ ਹਾਥੀ ਪਿੱਤਲ ਵਾਲਾ ਕੋਈ ਨਹੀਂ ਕਰੀ ਮੈਂ ਪਿੱਤਲ ਵਾਲਾ ਫੜ ਲਿਆ ਤੇ ਉਹਦੀ ਬੀਵੀ ਹਾਥੀ ਆਪਣੇ ਘਰੋਂ ਲੈ ਕੇ ਆਈ। ਉਹ ਦਹੀਂ ਦੇ ਕੁੱਜੇ 'ਚ ਲੈ ਕੇ ਆਈ ਨਾ, ਯਾਨੀ ਕਿ ਤਾਂ ਹੀ ਹਾਥੀ ਚੇਂਜ ਹੋਣਾ ਸੀ। ਉਸਨੇ ਸਮਝਾ ਕੇ ਜੀ ਆ ਗਿਆ ਜੀ ਆਪਣੀ ਬੀਵੀ ਨੂੰ। ਉਹ ਜਨਾਬ ਨੇ ਜਿਸ ਟਾਈਮ ਉਹਨੇ ਹਾਥੀ ਸੋਨੇ ਵਾਲਾ ਰੱਖਤਾ, ਪਿੱਤਲ ਵਾਲਾ ਚੱਕ ਲਿਆ। ਅੱਛਾ ਉਹਨੇ ਕਹਿਣ ਲੱਗਾ ਮਾਈ ਹੁਣ ਤੁਸੀਂ ਜਾਓ। ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਸਲਾਮਤ ਹੈ ਜੀ ਤੁਹਾਡਾ ਹਾਥੀ ਤਿਆਰ। ਬਾਦਸ਼ਾਹ ਜਨਾਬ ਲਈ ਹਾਥੀ ਦੇਖਿਆ, ਉਹ ਵੀ ਸੋਨੇ ਵਾਂਗਰ ਬਣਾਇਆ ਸੀ, ਪਿੱਤਲ ਦਾ, ਉੱਤੇ ਸੋਨੇ ਦਾ ਪਾਣੀ ਚੜਿਆ ਸੀ, ਚਮਕਦਾ ਉਸੇ ਤਰ੍ਹਾਂ ਹੀ ਸੀ। ਉਹਨੇ ਕਿਹਾ ਵਾਕਈ ਯਾਰ ਸਹੀ ਚਮਕਿਆ। ਉਹਨੇ ਜਨਾਬ ਲਈ ਕਚਹਿਰੀ ਲਾਈ, ਲਾ ਕੇ ਜਨਾਬ ਲਈ ਉਹਨਾਂ ਕਿਹਾ ਜੀ ਹਾਂ ਵੀ ਦੱਸੋ। ਇੱਕ ਰੱਤੀ ਸੁਨਿਆਰੇ ਨੂੰ ਸੋਨਾ ਨਹੀਂ ਮੈਂ ਖਾਣ ਦਿੱਤਾ, ਕੋਲ ਬਹਿ ਕੇ ਕੋਲ ਬਹਿ ਕੇ ਬਣਵਾਇਆ। ਆਹ ਦੇਖੋ ਸੁਨਿਆਰ, ਤੁਸੀਂ ਕਹਿੰਦੇ ਸੁਨਿਆਰਾ ਇੱਕ ਸੋਨਾ ਨਹੀਂ ਦਿੰਦਾ ਮਾਲਕ, ਦਗਾ ਕਰਨੋਂ ਨਹੀਂ ਦਗਾ। ਉਹਨਾਂ ਕਿਹਾ ਜੀ ਸੁਨਿਆਰੇ ਨੂੰ ਬੁਲਾਓ। ਹਾਂ ਜੀ ਸੁਨਿਆਰੇ ਨੂੰ ਬੁਲਾਇਆ। ਉਹਨੇ ਕਿਹਾ ਵੀ ਹਾਂ ਵੀ ਦੱਸ ਵੀ ਇਹ ਸੋਨੇ ਦਾ ਹਾਥੀ ਆ ਜਾਂ ਕਾਹਦਾ ਆ, ਵੀ ਤੂੰ ਕਿਹਦੀ ਚ ਬੇਈਮਾਨੀ ਨੂੰ ਕੀਤੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਜਾਨ ਦੀ ਸਲਾਮਤ ਚੱਲਣਾ, ਮੈਨੂੰ ਕੁਝ ਕਹੀਓ ਨਾ, ਬਾਕੀ ਇਹ ਸਾਰਾ ਹੀ ਪਿੱਤਲ ਦਾ। ਉਹਨੇ ਕਿਹਾ ਵੀ ਇਹ ਪਿੱਤਲ ਕਿਵੇਂ? ਉਹਨੇ ਕਿਹਾ ਦਹੀਂ ਦਾ ਹੀ ਕਮਾਲ ਸੀ, ਉਹ ਮੇਰੀ ਬੀਵੀ ਸੀ, ਉਹ ਲੈ ਕੇ ਆਈ ਸੀ ਪਿੱਤਲ ਦਾ, ਲੈ ਕੇ ਆਈ ਸੀ ਹਾਥੀ ਦਹੀਂ ਦੇ ਵਿੱਚ, ਮੈਂ ਦਹੀਂ ਦੇ ਵਿੱਚ ਸੋਨੇ ਦਾ ਰੱਖਤਾ ਤੇ ਯਾਰ ਨੇ ਆਪਣਾ ਕੰਮ ਦਿਖਾ ਦਿੱਤਾ, ਪਿੱਤਲ ਦਾ ਚੱਕ ਕੇ ਤੈਨੂੰ ਫੜਾ ਦਿੱਤਾ। ਇਹ ਕੰਮ ਹੁੰਦੇ ਸੀ ਪਹਿਲੇ ਭਾਈ ਬਾਦਸ਼ਾਹ ਦੇ। ਬਾਦਸ਼ਾਹ ਸਿੱਧੇ ਸਾਦੇ ਬਾਦਸ਼ਾਹ ਹੁੰਦੇ ਸੀ, ਲੋਕੀ ਆਵਾਮ ਜਿਹੜੀ ਉਹਨਾਂ ਨੂੰ ਉਂਝ ਹੀ ਭੜਕਾਈ ਰੱਖਦੀ ਸੀ ਵੀ ਤੂੰ ਇੰਝ ਕਰ ਲੈ, ਤੂੰ ਇੰਝ ਕਰ ਲੈ। ਸਹੀ ਬਾਤ। ਲਓ ਸਜਾਦ ਸਾਹਿਬ ਦੀ ਵਾਰੀ ਆ ਗਈ। ਰਾਣਾ ਸਜਾਦ ਸਾਹਿਬ ਹਾਂਜੀ ਸੁਣਾਓ, ਬਿਸਮਿਲ੍ਲਾ ਪੜ੍ਹ ਕੇ ਤੁਸੀਂ ਵੀ ਕੁਛ, ਐਵੇਂ ਨਾ ਬੈਠੇ ਰਹੋ ਮੂੰਹ ਬੰਨ ਕੇ। ਚਲੋ ਸ਼ੁਰੂ। ਠੀਕ ਹੈ ਜੀ ਵੀਰੋ, ਤੁਹਾਨੂੰ ਗੱਲ ਸੁਣਾਉਂਦੇ ਹਾਂ ਸੁਣਾਓ। ਪੁਰਾਣੇ ਵਕਤਾਂ 'ਚ ਆਪਣੇ ਜੀ ਅਕਬਰ ਬਾਦਸ਼ਾਹ ਸੀ। ਵਾਹ ਸਾਰੀ ਦੁਨੀਆ ਨੂੰ ਪਤਾ ਅਕਬਰ ਬਾਦਸ਼ਾਹ ਦਾ, ਤੇ ਬਾਦਸ਼ਾਹ ਸਾਰੇ ਬਾਦਸ਼ਾਹਾਂ ਦਾ ਸਰਦਾਰ ਸੀ। ਹਾਂ ਉਸ ਦੀ ਕਚਹਿਰੀ ਲੱਗੀ, ਬੜੇ ਬੜੇ ਬਾਦਸ਼ਾਹ ਉਹਦੇ ਕੋਲ ਆਇਆ ਕਰਦੇ ਸੀਗੇ, ਕਚਹਿਰੀ ਲੱਗਣੀ, ਉਸ ਤੋਂ ਬਾਅਦ ਉਹਨੇ ਕੰਮ ਲਾਣੇ, ਫਲਾ ਜਗ੍ਹਾ ਜਾਓ ਫਲਾ, ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਉਸੇ ਕੰਮ ਹੋਣੇ ਵਾਪਸ ਆ ਕੇ ਦੱਸਣਾ। ਕੁਦਰਤ ਲਾਈ ਕਚਹਿਰੀ ਲੱਗਣ ਦੇ ਵਿੱਚ ਆਪਣੇ ਰਾਜਪੂਤ ਵੀ ਆ ਕੇ ਬੈਠਿਆ ਕਰਦੇ ਸੀ। ਅੱਛਾ ਤੇ ਸਾਡੇ ਰਾਜਪੂਤ ਐਸੇ ਸੀਗੇ, ਹਾਲਾਤ ਵੱਲੋਂ ਮਸਲ ਥੋੜੇ ਜਿਹੇ ਮਾੜੇ ਸੀ, ਬਾਕੀ ਜਦਾਦ ਵੱਲੋਂ ਆਕੜ ਵੱਲੋਂ ਉਹ ਪੂਰੇ ਸੀ। ਉਹ ਗੱਲ ਯਾਦ ਆ ਗਈ ਹੈ ਕਿ ਰਾਜਪੂਤਾਂ ਦੀ ਗੱਲ ਤੋਂ ਉਹਦਾ ਚਾਰ ਚੱਕਦਾ ਕਿ ਰਸਾਲੇ ਦਾ ਬਾਬੇ ਦਾ ਵਾਕਿਆ ਮਸ਼ਹੂਰ ਆ। ਉਹ ਜਨਾਬ ਉਹਦੀ ਨਾ 60-70 ਸਾਲ ਸੈਕਟਰੀ ਸਾਹਿਬ ਉਮਰ ਸੀਗੀ। ਉਹ ਗਿਆ ਇਸ਼ਾ ਟਾਈਮ ਨਮਾਜ਼ ਪੜ੍ਹਨ ਮਸਜਿਦ, ਮਾਸ਼ਾਅੱਲਾ ਮਸਜਿਦ 'ਚ ਇਸ਼ਾ ਦੀ ਨਮਾਜ਼ ਪੜ੍ਹਨ ਗਿਆ। ਉੱਥੇ ਜਨਾਬ ਉਹਨੇ ਨਾ ਨਮਾਜ਼ ਨੀਤ ਲਈ, ਜਨਾਬ ਇਸ਼ਾ ਦੀ 4 ਰਕਾਤ ਨਮਾਜ਼ ਫਰਜ਼ ਹੈ। ਫਰਜ਼ ਨੀਤ ਲਈ। ਨਾਲ ਜਨਾਬ ਉਹਨਾਂ ਦੇ ਪਿੰਡ ਦਾ ਨਾ ਕੋਈ ਗਰੀਬ ਕੌਮ ਦਾ ਮੋਚੀ ਲਾ ਲਓ ਜਾਂ ਘਮਾਰ ਲਾ ਲਓ, ਉਹਨੇ ਵੀ ਆ ਕੇ ਜਨਾਬ ਇਹਨੇ ਬੁਲਾਂਦਾ ਵਾਲਾ 4 ਰਕਾਤ ਨਮਾਜ਼ ਜਨਾਬ ਕਰੀ। ਉਹਨੇ ਕਹਿੰਦੇ ਤੇ ਰਾਜਪੂਤ ਨੇ ਆਪਣੀ ਨੀਅਤ ਤੋੜਤੀ। ਉਹਨੇ ਕਿਹਾ ਤੁਹਾਡੀ ਕਮੀਆਂ ਦੀ ਵੀ 4 ਮਾਰੀ, ਰਾਜਪੂਤਾਂ ਕੀ ਵੀ 4, ਇਹ ਨਹੀਂ ਹੋ ਸਕਦਾ। ਹਾਂ ਵਿਥਾਰੀ ਵੀ 4 ਮਾਰੀ ਵੀ 4 ਨਾ ਬਈ। ਉਹਨੇ ਕਿਹਾ ਵੀ 50 ਰਕਾਤ ਤੋਂ ਵੱਢ ਕੇ ਜਿਹੜਾ ਫੇਰ ਰਾਜਪੂਤ ਨੇ ਘੜੀ। ਇਹ ਤਾਂ ਬਾਬਾ ਐਸੀ ਕੌਮ ਦੀ ਗੱਲ ਸ਼ੁਰੂ ਕਰਨ। ਇਹ ਹਾਂਜੀ ਆਪਣੇ ਰਾਜਪੂਤ ਵੀ ਆ ਕੇ ਬੈਠਿਆ ਕਰਦੇ ਸੀ, ਆਪਣੀ ਗੱਲਾਂ ਬਾਤਾਂ ਸੁਣਦੇ ਸੀ, ਕਰਦੇ ਸੀ। ਜੰਗਜੂ ਕੌਮ ਸੀ। ਆਪਣੇ ਰਾਜਪੂਤਾਂ ਦਾ ਸਰਕਾਰ ਇੱਕ ਸਿਸਟਮ ਸੀ, ਆਪਣੇ ਲਹਿਦਾ ਖੂੰਡ ਹੋਣੇ, ਲਹਿਦਾ ਰਾੜਿਆਂ ਦੇ ਹੁੱਕੇ ਹੋਣੇ, ਆਪਣਾ ਪੀਰ, ਕਿਸੇ ਨੂੰ ਸੌਖਾ ਜਿਹਾ ਵਾਰੀ ਵੀ ਨਹੀਂ ਦਿੰਦੇ ਸੀ। ਅਖੀਰ ਜੀ ਜਗਦੇ ਪੁਆਰ ਦੀ ਇੱਕ ਲਹਿਦਾ ਕੁਰਸੀ ਸੀ, ਆਪਣਾ ਜਗਦਾ ਪੁਆਰ ਇੱਕ ਗੋਤ ਆ, ਰਾਜਪੂਤਾਂ ਦੀ ਗੋਤ ਆ, ਤੇ ਗੋਤ ਦੇ ਲਿਹਾਜ਼ ਨਾਲ ਸਰਕਾਰ ਬੜੀ ਗੋਤ ਆ। ਹਾਂ ਸਭ ਤੋਂ ਵੱਡੀ ਗੋਤ ਉਹ ਵੀ ਨਹੀਂ ਅਕਸਰੀਅਤ ਨਾਲ ਸਾਰਿਆਂ ਨਾਲ ਵੱਡੀ ਗੋਤ ਚੌਹਾਨ ਆ। ਉਹ ਜੀ ਆਪਣਾ ਉਹਨੇ ਆਇਆ ਕਰਨਾ, ਆ ਕੇ ਉਹਦੇ ਕੋਲ ਖੁੰਡਾ ਸੀਗਾ, ਖੁੰਡਾ ਉਸਨੇ ਗੱਡਣਾ ਫਰਸ਼ 'ਚ ਜ਼ਮੀਨ ਤੇ। ਲੈ ਗੋਤਾਂ ਤੋਂ ਯਾਦ ਆ ਗਈ ਵੀਰੇ। ਹਾਂ ਮਾਸ਼ਾਅੱਲਾ। ਉਹ ਮੇਰਾ ਨਾ ਮਾਮਾ ਆਇਆ ਸਹੁਰਾ, ਅੱਛਾ, ਉਹ ਅਕਸਰ ਗੋਤਾਂ ਪੁੱਛਿਆ ਕਰਦਾ ਸੀ। ਜੇ ਕਿਸੇ ਨੇ ਕਹਾ ਹਾਂ ਵੀ ਤੇਰੀ ਕੌਣ ਸੀ ਗੋਤਾ, ਮਾਰੀ ਜੀ ਤੌਣੀ ਹਲਵੀ ਆ। ਦੂਏ ਨੇ ਕਹਿਣਾ ਹਾਂ ਵੀ ਤੇਰੀ ਕੀ ਆ, ਮੇਰੀ ਫਲਾਣੀ ਹਲਵੀ ਆ। ਅਸੀਂ ਨਾ ਉੱਥੇ ਬਾਹਰ ਬਾਜ਼ਾਰ 'ਚ ਬੈਠੇ, ਇਵੇਂ ਮੰਜੀਆਂ ਕੱਢ ਕੇ ਸਾਰੇ ਬੈਠੇ।
ਮਾਮਾ ਹੁਣ ਲੱਗ ਗਿਆ ਜੀ ਪੁੱਛਣ, ਜਿਹੜੇ ਨੂੰ ਪੁੱਛਿਆ ਉਹਦੀ ਕਹਿਦਾ ਕਰੇ ਅਲਵੀ ਆ। ਪੁੱਛਿਆ ਹੁਣ ਸਾਦੀ ਨੂੰ ਮੈਨੂੰ ਵੀ ਪੁੱਛਿਆ ਤੇਰੀ ਗੋਤ ਥਾਰੀ ਗੋਤ ਕੌਣ ਸੀ ਬਈ? ਇਹ ਕਹਿ ਰਿਹਾ ਸਾਡੀ ਹੈ ਚੂੜੇ ਰਾਜਪੂਤ। ਹੌਲੀ ਕਹੀ ਆ ਰਿਹਾ, ਪਹਿਲਾਂ ਹੀ ਬਣ ਜਾਂਦੇ ਜਦੋਂ ਪੂਰੇ ਰਾਜਪੂਤ। ਮੈਂ ਕਿਹਾ ਮਾਮਾ ਤੂੰ ਰਾਜਪੂਤ। ਉਹ ਕਹਿ ਰਿਹਾ ਯੋ ਕੌਣ ਸੀ ਗੋਤ? ਮੈਂ ਕਿਹਾ ਯੋ ਵੀ ਹੋਆ। ਤੈਨੂੰ कह पता रहा ही मामा जैसे तू जो सारियां वाले भी कह रहा फिर इस तो थल्ले गोद तक हो। हाँ वीरे हुण अगे ਇਹ ਕਰਕੇ ਬੈਠ ਗਿਆ। जगदे पवार जी अपना आके अपनी कुर्सी पे बैठने तो पहला ना उसने खूंटा कर देना अपना, उस तो बाद हुक्का पी रहा। एक दिन ऐसा होया अकबर बादशाह कंजरी का नाच नहीं चवा रहा। जगदे पवार आया जी, आके उसने जो अपना खूंटा कढ़िया ना जी, ਤੇ ਕੰਜਰੀ ਵੇਖਲਾ ਹੁੰਦੀ ਕੰਜਰੀ ਉਹਨੇ ਘੁੰਡ ਕੱਢ ਲਿਆ। ਜਦੋਂ ਘੁੰਡ ਕੱਢਿਆ ਅਕਬਰ ਬਾਦਸ਼ਾਹ ਕਹਿਣ ਲੱਗਾ ਵੀ ਹੋਵੇ ਕੰਜਰੀ ਤੇ ਸਰਕਾਰ ਮੇਰੀ ਤੂੰ ਘੁੰਡ ਕਿਉਂ ਕਰਿਆ? ਬਾਦਸ਼ਾਹ ਅਕਬਰ ਦੀ ਕਚਹਿਰੀ ਲੱਗੀ ਹੈ। ਉਹਨੇ ਕਿਹਾ ਬਾਦਸ਼ਾਹ ਸਲਾਮ ਜੀ, ਤੇਰੀ ਕਚਹਿਰੀ 'ਚ ਅੱਜ ਮਰਦ ਇੱਕ ਬੰਦਾ ਆਇਆ, ਉਹਦੀ ਵਜ੍ਹਾ ਤੋਂ ਮੈਨੂੰ ਘੁੰਡ ਕਰਨਾ ਪਿਆ। ਉਹਨੇ ਕਿਹਾ ਕਿਹੜਾ ਮਰਦ? ਉਹਨੇ ਕਿਹਾ ਜੀ ਆ ਚੌਧਰੀ ਸਾਹਿਬ ਜਿਹੜੇ ਆਏ। ਵਾਹ। ਅਖੀਰ ਜੀ ਉਸਨੇ ਕਿਹਾ ਗੱਲ ਇਹ ਆ ਵੀ ਜੋ ਮੈਂ ਦੇ ਸਕਦਾ ਉਹ ਦੇ ਦੇਗਾ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਕੰਜਰੀ ਬਾਦਸ਼ਾਹ ਨਾਲ ਗੱਲ ਕਰ ਰਹੀ। ਉਹਨੇ ਕਿਹਾ ਜੋ ਇਹ ਦੇ ਸਕਦਾ ਤੂੰ ਨਹੀਂ ਦੇ ਸਕਦਾ। ਤੂੰ ਨਹੀਂ ਦੇ बादशाह तो वाधू है। ਬਾਦਸ਼ਾਹ ਦੀ ਵਾਧੂ। ਉਹਨੇ ਕਿਹਾ ਚਲੋ ਠੀਕ ਹੈ, ਕਚਹਿਰੀ ਉਹ ਬੰਦ ਹੋਈ। ਉਹਨੇ ਕਿਹਾ ਚੱਲ ਠੀਕ ਹੈ ਲੈ ਆਈ, ਫਿਰ ਜਿਹੜੀ ਸ਼ੈ ਲੈ ਆਏਗੀ ਮੈਂ ਤੈਨੂੰ ਦੱਸ, ਮੇਰੇ ਕੋਲ 10 ਗੁਣਾ ਲੈ ਲਈ। ਅੱਛਾ। ਅਕਬਰ ਬਾਦਸ਼ਾਹ ਆਪਣੇ ਘਰ ਆਪਣਾ ਜਗਦੇ ਪਵਾਰ ਆਪਣੇ ਘਰ ਬੈਠਿਆ। ਬੈਠਣ ਤੋਂ ਬਾਅਦ ਕੰਜਰੀ ਚਲੀ ਗਈ। एक दो दिन बाद जिस तरह टाइम लग गया अपना फुरसत वाली भी चौधरी साहब भी फुरसत जी वेले होड़ तां ही है ना। उस तो बाद कहने लगी जो अपना जगदे पवार नूं भी चौधरी साहब मैं थोड़े को एक दान लैन आई हां। दान वादा नहीं, दान यानी एक मैं तेरे को मसलन एक अपने कुछ चीज लैन आई है या अपने ना मनु ऐसी जेड़ी चीज मंगा मैं दान दे। ਉਹਨੇ ਕਿਹਾ ਜੀ ਮੰਗ ਕੀ ਮੰਗਣਾ? ਉਹਨੇ ਕਿਹਾ ਜੀ ਮੈਨੂੰ ਆਪਣੇ ਸਿਰ ਦਾ ਦਾਨ ਦੇਣਾ ਤੂੰ। ਵਾਹ ਵਾਹ, ਇਹ ਆਪਣਾ ਸਿਰ ਦੇ, ਸਿਰ ਦਾ ਦਾਨ। ਉਹਨੇ ਕਿਹਾ ਥਾਲ ਚੱਕ। ਥਾਲ ਲਿਆ, ਉਹਨੇ ਕਿਹਾ ਕੱਪੜਾ ਲੈ ਲਿਆ। ਉਹਨੇ ਖੰਜਰ ਕੱਢਿਆ, ਸਿਰ ਤੋਂ ਵਾਲ ਹੀ ਕਰਕੇ ਫੜ ਕੇ ਆਪਣਾ ਸਿਰ ਕਲਮ ਕਰਕੇ ਥਾਲ ਚੜਾ ਜਿਵੇਂ ਦੁਹਾਣਾ ਰੱਖੀ ਦਾ। ਉਹਨੇ ਕਿਹਾ ਜਾ ਲੈ ਜਾ, ਧੜ ਚੋਂ ਆਵਾਜ਼ ਆ ਰਹੀ ਜਾ ਲੈ ਜਾ। ਅਖੀਰ ਦੀ ਕੰਜਰੀ ਲੈ ਕੇ ਚਲੀ ਗਈ। अकबर बादशाह को पहुंची। उन्होंने कहा जी बादशाह सलामत हाजिर हो। उन्होंने कहा जी हो। उन्हें कहा मैं हुण दान लैके आ गई चौधरी को ला हुण देख ला सरकार। उन्हें कहा इन्ना क दान जा इहदा की भवा तू 4 भर ला 10 भर ला बड़े बड़े थाल। उन्हें कहा जरा देख तो सही। जो देखा राजपूत की सरकार मुछ फड़क रही तो उसके बाद सरकार देखा जगदे पवार दा सिर। उन्हें कहा तेनू ये किवें दे दित्या? ਉਹਨੇ ਕਿਹਾ ਬਸ ਇੱਕ ਵਾਰੀ ਉਹਨੂੰ ਮੈਂ ਕਿਹਾ ਵੀ ਦਾਨ ਦੇ। ਉਹਨੇ ਕਿਹਾ ਲੈ ਜਾ। ਵਾਹ, ਸੱਚਾ ਸੱਚਯੋਗ ਜ਼ਮਾਨਾ ਥਾ। ਉਸ ਤੋਂ ਬਾਅਦ ਬਾਦਸ਼ਾਹ ਸਲਾਮਤ ਹਿਲ ਗਿਆ। ਉਹਨੇ ਕਿਹਾ ਜੀ ਮੇਰੇ ਕੋਲ ਨਹੀਂ ਦਿੱਤਾ ਜਾਂਦਾ ਹੈ 10 ਗੁਣਾ ਕੀ 1 ਗੁਣਾ ਵੀ ਦਿੱਤਾ ਜਾਂਦਾ। ਉਸੇ ਦਾ ਕੰਮ ਸੀ ਜਿਹਨੂੰ ਦੇਖਿਆ। कह रहे जी वो कंजरी जगदे पवार को जी चली गई। अकबर बादशाह ने माफी मंगी। उस तो बाद जी अपना यही कहा भी यार इन्ना नहीं मैं कर सकता, माफ वाली गल ही। तो उन्हें कहा भी इनू लै जा। आखिर इंसान का सिर सी। वो जी जगदे पवार इवें अपनी कुर्सी ते बैठा। बिस्मिल्लाहिर्रहमानिर्रहीम। मेरे दोस्तों भाइयों अस्सलाम वालेकुम। अच्छा एक मेहरबानी करनी है भाई, इसनू सरक पैठ भी करना। खत्म, बाय बाय, टाटा, गुड बाय, गया।